गुड मॉर्निंग स्टूडेंट्स। क्लास 10th सबजैक्ट पंजाबी। बेटा अज आप ਸਾਹਿਤਕ किरना का 6 चैप्टर करांगे मान पंजाबी का, जिस दे लेखक का नाम है कुलवंत सिंह रफीक। मान पंजाबी का लेखक का नाम है बेटा कुलवंत सिंह रफीक। बेटा सब तो पहला की आप प्रसंग सहित व्याख्या करांगे। रोम रोम चो करिए इउं सन्मान पंजाबी का, जरा जरा कह उठे सानू मान पंजाबी का। इन्हां लाइनां विच बेटा कवि की कहता है, पहले तो आप प्रसंग। ये काव टोटा च काव सतरां साडी ਸਾਹਿਤਕ किरना 2 पाठ पुस्तक विचों लईआं गईआं हन। इस दे लेखक कुलवंत सिंह रफीक हैं। इस विच की दस्सिया गया है, इस विच कवि ने माँ बोली, जो अपनी माँ बोली है पंजाबी, उसकी दशा अते दिशा बारे दस्सिया गया है। वो लोकां नूं की कहंदा है, वो माँ बोली पंजाबी दी महानता बारे ਅਤੇ इस महानता बारे दसदा है ਅਤੇ ਸਾਰੇ ਲੋਕਾਂ ਨੂੰ ਇਸ ਦਾ ਸਤਿਕਾਰ ਕਰਨ ਲਈ ਕਹਿੰਦਾ ਹੈ। ਵਿਆਖਿਆ। ਕਵਿਤਾ ਇਹਨਾਂ ਲਾਈਨਾਂ ਵਿੱਚ ਕੀ ਕਹਿੰਦਾ ਹੈ, ਇਹਨਾਂ ਸਤਰਾਂ ਵਿੱਚ ਕਹਿ ਰਿਹਾ ਹੈ, ਰੋਮ ਰੋਮ ਵਿੱਚੋਂ ਕਰੀਏ ਇਉਂ ਸਨਮਾਨ ਪੰਜਾਬੀ ਦਾ। ਉਹ ਕੀ ਕਹਿ ਰਿਹਾ, ਆਓ ਆਪਾਂ ਰਲ ਕੇ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ, ਇਹ ਕਸਮ ਖਾਣੀ ਚਾਹੀਦੀ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਦਾ ਅਸੀਂ ਦਿਲੋਂ ਸਤਿਕਾਰ ਕਰਾਂਗੇ। ਇਉਂ ਸਨਮਾਨ ਪੰਜਾਬੀ ਦਾ, ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਦਿਲੋਂ ਸਤਿਕਾਰ ਅਤੇ ਸਨਮਾਨ ਕਰਾਂਗੇ। ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕਹਿੰਦਾ ਸਾਡੇ ਸਰੀਰ ਦੇ ਅੰਦਰ, ਸਾਡਾ ਸਰੀਰ ਜਿਹੜਾ ਲੂੰ ਲੂੰ ਕਹਿ ਉੱਠੇ, ਆਕਰਸ਼ਿਤ ਹੋ ਕੇ ਕਹਿ ਉੱਠੇ ਕਿ ਸਾਨੂੰ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ। ਸਾਨੂੰ ਆਪਣੇ ਪੰਜਾਬੀ ਹੋਣ 'ਤੇ ਅਤੇ ਆਪਣੀ ਮਾਂ ਬੋਲੀ ਪੰਜਾਬੀ 'ਤੇ ਮਾਣ ਮਹਿਸੂਸ, ਗਰਵ ਮਹਿਸੂਸ ਹੋ ਰਿਹਾ ਹੈ। इस बोली विच माँ की ममता वर्गी बख्शिश है, तपते हिरने ठारन वाली कोई ज्यों कोई बारिश है, कोई उस्तत वांगू है गुणगान पंजाबी दा, जरा जरा कह उठे। इन्हां लाइनां विच कवि की कहंदा बेटा कि माँ बोली पंजाबी विच ਜਿਹੜੀ ਮਾਂ ਬੋਲੀ ਪੰਜਾਬੀ ਹੈ, ਉਸ ਵਿੱਚ ਮਾਂ ਦੀ ਮਮਤਾ ਵਰਗੀ ਨਿੱਘ ਅਤੇ ਬਖਸ਼ੀਸ਼ ਹੈ। ਜਿਵੇਂ ਆਪਾਂ ਨੂੰ ਮਾਂ ਦੀ ਗੋਦੀ ਵਿੱਚ ਬੈਠ ਕੇ ਨਿੱਘ ਮਿਲਦਾ ਹੈ, ਬਖਸ਼ੀਸ਼ ਮਿਲਦੀ ਹੈ, ਇਸ ਤਰ੍ਹਾਂ ਹੀ ਮਾਂ ਬੋਲੀ ਪੰਜਾਬੀ ਨੂੰ ਬੋਲਣ ਨਾਲ ਸਾਨੂੰ ਨਿੱਘ ਅਤੇ ਬਖਸ਼ੀਸ਼ ਮਿਲਦੀ ਹੈ। ਤਪਦੇ ਹਿਰਦੇ ਠਾਰਨ ਵਾਲੀ ਜਿਉਂ ਕੋਈ ਬਾਰਿਸ਼ ਹੈ। ਕਹਿੰਦਾ ਜਿਹੜੀ ਪੰਜਾਬੀ ਬੋਲੀ ਹੈ, ਤਪਦੇ ਦਿਲਾਂ ਨੂੰ ਆਰਾਮ ਦੇਣ ਵਾਲੀ, ਤਪਦੇ ਦਿਲਾਂ ਨੂੰ ਸਕੂਨ ਦੇਣ ਦੀ, ਬਖਸ਼ਣ ਦੀ ਸ਼ਕਤੀ ਹੈ। ਰੱਬੀ ਉਸਤਤ ਦੇ ਗੁਣਗਾਨ ਪੰਜਾਬੀ ਦਾ, ਜਰਾ ਕਹਿ ਉੱਠੇ। ਕਹਿੰਦਾ ਇਸ ਦੇ ਗੁਣਾਂ ਦੀ ਵਿਆਖਿਆ ਕਰਨਾ ਇਸ ਤਰ੍ਹਾਂ ਹੈ, ਜੇ ਅਸੀਂ ਪੰਜਾਬੀ ਬੋਲੀ ਦੀ ਉਸਤਤ ਕਰਦੇ ਹਾਂ, ਵਿਆਖਿਆ ਕਰਦੇ ਹਾਂ, ਤਾਂ ਉਹ ਇਸ ਤਰ੍ਹਾਂ ਹੈ ਜਿਵੇਂ ਰੱਬ ਦੀ ਉਸਤਤ ਦੇ ਵਾਂਗੂ ਗੁਣਗਾਨ ਪੰਜਾਬੀ ਦਾ। ਜਿਵੇਂ ਸਾਨੂੰ ਰੱਬ ਦੀ ਸਿਫਤ ਕਰ ਰਹੀ ਹੋਈਏ, ਜਦੋਂ ਅਸੀਂ ਪੰਜਾਬੀ ਬੋਲੀ ਦੀ ਸਿਫਤ ਕਰਦੇ ਹਾਂ ਤਾਂ ਸਾਨੂੰ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਰੱਬ ਦਾ ਗੁਣਗਾਨ ਕਰ ਰਹੇ ਹੋਈਏ। ਇਸ ਲਈ ਸਾਡਾ ਮਾਣ ਹੈ, ਸਾਡਾ ਸਤਿਕਾਰ ਕਰਨਾ ਜ਼ਰੂਰੀ ਹੈ। ਸਾਡਾ ਲੂਲੂ ਕਹਿ ਉੱਠੇ ਕਿ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ, ਸਾਨੂੰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਗੁਰੂਆਂ ਦੀ ਕਿਰਪਾ ਪਾਤਰ ਸੰਗੀ ਗੁਰਬਾਨੀ ਦੀ, ਸੂਫੀਆਂ ਨੇ ਵੀ ਇਸ ਦੀ ਖੁਸ਼ਬੂ ਰਜਮਾਨੀ ਸੀ। ਇਹਨਾਂ ਲਾਈਨਾਂ ਵਿੱਚ ਕਵੀ ਕੀ ਕਹਿੰਦਾ ਹੈ, ਕਹਿੰਦਾ ਪੰਜਾਬੀ ਭਾਸ਼ਾ ਤਾਂ ਗੁਰੂ ਸਾਹਿਬਾਨਾਂ ਦੀ ਕਿਰਪਾ ਦੀ ਪਾਤਰ ਬਣੀ ਹੋਈ ਹੈ। ਜਿਹੜੀ ਪੰਜਾਬੀ ਭਾਸ਼ਾ ਹੈ, ਇਹਨੂੰ ਗੁਰੂ ਸਾਹਿਬਾਨ ਵੀ ਬੋਲਦੇ ਸਨ। ਇਸ ਨੇ ਗੁਰੂ ਸਾਹਿਬਾਨਾਂ ਨੇ ਇਸ ਵਿੱਚ ਆਪਣੀ ਗੁਰਬਾਨੀ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਵੀ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਸਨ। ਇਸ ਸੰਗੀ ਗੁਰਬਾਨੀ ਦੀ, ਇਸ ਨੂੰ ਗੁਰਬਾਨੀ ਦਾ ਸਾਥ ਵੀ ਜੋ ਮਿਲਿਆ ਹੈ, ਕਿਉਂਕਿ ਗੁਰਬਾਨੀ ਦੀ ਰਚਨਾ ਪੰਜਾਬੀ ਭਾਸ਼ਾ ਵਿੱਚ ਹੋਈ ਸੀ। ਸੂਫੀਆਂ ਨੇ ਇਸ ਦੀ ਖੁਸ਼ਬੂ ਰਜਮਾਨੀ ਹੈ। ਸੂਫੀ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖ ਕੇ ਇਸ ਨੂੰ ਹੋਰ ਮਾਣ ਬਖਸ਼ਿਆ ਹੈ। ਜਿਹੜੇ ਪੰਜਾਬੀ ਕਵੀ ਸੀ, ਉਸਨੇ ਆਪਣੀ ਪੰਜਾਬੀ ਵਿੱਚ ਆਪਣੀਆਂ ਰਚਨਾਵਾਂ ਨੂੰ ਲਿਖ ਕੇ ਇਸ ਨੂੰ ਹੋਰ ਵੀ ਮਾਣ ਬਖਸ਼ਿਆ ਹੈ, ਇਸ ਦੇ ਸਵਾਦ ਨੂੰ ਮਾਨਿਆ ਹੈ। ਭਗਤਾਂ ਨੇ ਵੀ ਕੀਤਾ ਸ਼ੁਕਰਾਨ ਪੰਜਾਬੀ ਦੇ। ਜਿਹੜੇ ਭਗਤ ਕਵੀ ਸੀ, ਸੂਫੀ ਕਵੀਆਂ ਤੋਂ ਇਲਾਵਾ ਹੋਰ ਕਿਹਨਾਂ ਨੇ, ਭਗਤ ਕਵੀਆਂ ਨੇ ਵੀ ਪੰਜਾਬੀ ਵਿੱਚ ਹੀ ਬਾਣੀ ਲਿਖ ਦਿੱਤੀ। ਪਹਿਲਾਂ ਗੁਰੂ ਸਾਹਿਬਾਨਾਂ ਨੇ ਪੰਜਾਬੀ ਵਿੱਚ ਬਾਣੀ ਲਿਖੀ, ਫਿਰ ਸੂਫੀਆਂ ਨੇ, ਫਿਰ ਭਗਤ ਕਵੀਆਂ ਨੇ। ਇਸ ਤਰ੍ਹਾਂ ਪੰਜਾਬੀ ਨੂੰ ਬਹੁਤ ਜ਼ਿਆਦਾ ਮਾਣ ਮਿਲਿਆ ਹੈ। ਜਰਾ ਜਰਾ ਸਾਡਾ ਲੂੰ ਨੂੰ ਇਹ ਕਹਿ ਉੱਠੇ ਕਿ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ। बेटा क्वेश्चन आंसर करने नाल पंज दरियावां दी लहर दी हानी है, ताइयों किस्सेकारां दी दिल दी रानी है, पीलू बारिश हाशम करन बखान पंजाबी दा, जरा जरा कह उठे। इन्हां लाइनां विच कवि की कहंदा, कहंदा पंजाबी भाषा दा, जिहड़ी पंजाबी भाषा ਉਹਦਾ ਢੇਰ ਤਾਂ ਚਿਰ ਪੁਰਾਣੀ ਹੈ। ਉਹ ਜਾਪਦਾ ਹੈ ਜਿਵੇਂ ਪੰਜ ਦਰਿਆਵਾਂ ਕਰਕੇ, ਪੰਜ ਦਰਿਆਵਾਂ ਪੰਜਾਬ ਦਾ ਨਾਮ ਕਿਸ ਕਰਕੇ ਪਿਆ ਸੀ, ਪੰਜ ਦਰਿਆਵਾਂ ਸਤਲੁਜ, ਜੇਹਲਮ, ਚੇਨਾਬ, ਰਾਵੀ, ਚੇਨਾਬ। ਸਤਲੁਜ, ਜੇਹਲਮ, ਰਾਵੀ, ਵਿਆਸ, ਚੇਨਾਬ। ਇਹਨਾਂ ਪੰਜ ਦਰਿਆਵਾਂ ਕਰਕੇ ਹੀ ਪੰਜਾਬ ਦਾ ਨਾਮ ਪੰਜਾਬ ਪਿਆ ਸੀ। ਕਹਿੰਦੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਪੰਜ ਦਰਿਆਵਾਂ ਦੀਆਂ ਲਹਿਰਾਂ ਦੀ ਹਾਨੀ ਹੋਵੇ।
ਜਿਹੜੇ 5 ਦਰਿਆ ਸਨ ਉਹਨਾਂ ਦੇ ਨਾਲ ਹੀ ਪੰਜਾਬੀ ਭਾਸ਼ਾ ਚੱਲਦੀ ਹੋਵੇ। ਇਸ ਕਰਕੇ ਕਿੱਸਾਕਾਰਾਂ ਦੀ ਮਨਪਸੰਦ ਭਾਸ਼ਾ ਹੈ। ਤਾਈਓ ਕਿੱਸਾਕਾਰਾਂ ਦੇ ਦਿਲ ਦੀ ਰਾਣੀ, ਤਾਈਓ ਕਿੱਸਾਕਾਰਾਂ ਦੇ ਦਿਲ ਦੀ ਰਾਣੀ ਹੈ, ਉਹਨਾਂ ਦੀ ਮਨਪਸੰਦ ਭਾਸ਼ਾ ਹੈ। ਇਸ ਤੋਂ ਇਲਾਵਾ ਕੀ ਹੈ, ਪੀਲੂ ਹਾਸ਼ਮ, ਪੀਲੂ ਵੀ ਕਵੀ ਸੀ, ਹਾਸ਼ਮ ਬਾਰਿਸ਼ ਸ਼ਾਹ, ਸਾਰੇ ਕਿੱਸਾਕਾਰਾਂ ਨੇ ਇਸੇ ਭਾਸ਼ਾ ਵਿੱਚ ਹੀ ਆਪਣੇ ਕਿੱਸੇ ਲਿਖੇ ਹਨ ਅਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਨੂੰ ਅਮਰ ਕਰ ਗਏ ਹਨ। ਇਸ ਲਈ ਸਾਨੂੰ ਪੰਜਾਬੀ ਭਾਸ਼ਾ ਦਾ ਇੰਨਾ ਸਤਿਕਾਰ ਕਰਨਾ ਚਾਹੀਦਾ ਹੈ ਕਿ ਸਾਡਾ ਰੋਮ ਰੋਮ, ਸਾਡਾ ਜਰਾ ਜਰਾ ਲੂ ਲੂ ਕਹਿਣ ਲੱਗ ਜਾਵੇ ਕਿ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ। ਹੈ ਅਫਸੋਸ ਜੋ ਇਸ ਬੋਲੀ ਤੋਂ ਰੋਟੀ ਖਾਂਦੇ ਨੇ ਉਹੀ ਆਪਣੇ ਘਰਾਂ ਵਿੱਚ ਇੰਗਲਿਸ਼ ਬੋਲੀ ਜਾਂਦੇ ਨੇ। ਨਾ ਸ਼ੁਕਰੇ ਜੋ ਨਹੀਂ ਮੰਨਦੇ ਅਹਿਸਾਨ ਪੰਜਾਬੀ ਦਾ, ਜਰਾ ਜਰਾ ਕਹਿ ਉੱਠੇ। ਇਹਨਾਂ ਲਾਈਨਾਂ ਵਿੱਚ ਕਵੀ ਕੀ ਕਹਿੰਦਾ ਹੈ, ਜੋ ਆਪਣੀ ਕੋੜੀ ਸੱਚਾਈ ਨੂੰ ਵਿਅੰਗ ਨਾਲ ਪੇਸ਼ ਕੀਤਾ ਹੈ। ਕੋੜੀ ਜੋ ਕੜਵੀ ਸੱਚਾਈ ਹੈ ਦੁਨੀਆ ਦੀ, ਉਸ ਨੂੰ ਬਿਆਨ ਕਰ ਰਿਹਾ ਹੈ ਕਿ ਸਾਡੇ ਦੇਸ਼ ਵਿੱਚ ਜੋ ਲੋਕ ਹੈ ਅਫਸੋਸ ਇਸ ਬੋਲੀ ਤੋਂ ਰੋਟੀ ਖਾਂਦੇ। ਕਹਿੰਦਾ ਸਾਡੇ ਦੇਸ਼ ਵਿੱਚ ਜੋ ਲੋਕ ਪੰਜਾਬੀ ਬੋਲੀ ਸਦਕਾ ਹੀ ਆਪਣੇ ਘਰ ਗੁਜ਼ਾਰਾ ਕਰ ਰਹੇ ਹਨ, ਪੰਜਾਬੀ ਬੋਲੀ ਸਦਕਾ ਹੀ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ, ਜਿਵੇਂ ਕਿ ਸਰਕਾਰੀ ਸਕੂਲਾਂ ਜਾਂ ਸਰਕਾਰੀ ਮਹਿਕਮਿਆਂ ਵਿੱਚ ਲੱਗੇ ਹੋਏ ਹਨ, ਉਹ ਪੰਜਾਬੀ ਸਾਹਿਤਕਾਰ ਹਨ, ਕੋਈ ਵੀ ਹਨ, ਉਹਨਾਂ ਦੀ ਜਿਨ੍ਹਾਂ ਦੀ ਪਛਾਣ ਕੀ ਹੈ ਪੰਜਾਬੀ ਭਾਸ਼ਾ ਕਰਕੇ ਹੈ, ਉਹ ਵੀ ਆਪਣੇ ਘਰਾਂ ਵਿੱਚ ਪੰਜਾਬੀ ਨਹੀਂ ਬੋਲਦੇ, ਇੰਗਲਿਸ਼ ਭਾਸ਼ਾ ਬੋਲਦੇ ਹਨ। ਕੀ ਹੈ ਬੇਟਾ, ਜਿਨ੍ਹਾਂ ਦਾ ਘਰ-ਬਾਰ ਹੀ ਪੰਜਾਬੀ ਭਾਸ਼ਾ ਕਰਕੇ ਲੱਗਿਆ ਹੋਇਆ ਹੈ, ਚੱਲਦਾ ਹੈ, ਕਿਉਂਕਿ ਉਹਨਾਂ ਦੀ ਜੋ ਪੰਜਾਬੀ ਭਾਸ਼ਾ ਕਰਕੇ ਲੱਗੀ ਹੋਈ ਹੈ, ਪਰੰਤੂ ਆਪਣੇ ਘਰਾਂ ਵਿੱਚ ਅੰਗਰੇਜ਼ੀ ਭਾਸ਼ਾ ਬੋਲ ਰਹੇ ਹਨ। ਨਾ ਸ਼ੁਕਰੇ ਨਹੀਂ ਮੰਨਦੇ ਉਹ ਅਹਿਸਾਨ ਪੰਜਾਬੀ ਦਾ, ਉਹ ਬਹੁਤ ਨਾ ਸ਼ੁਕਰੇ ਹਨ ਜੋ ਕਿ ਪੰਜਾਬੀ ਭਾਸ਼ਾ ਦਾ ਅਹਿਸਾਨ ਨਹੀਂ ਮੰਨਦੇ, ਉਸਦਾ ਸਤਿਕਾਰ ਨਹੀਂ ਕਰਦੇ। ਇਸ ਲਈ ਅਸੀਂ ਆਪਣੇ ਪੰਜਾਬ ਦਾ ਸਤਿਕਾਰ ਕਰੀਏ, ਸਾਨੂੰ ਆਪਣੇ ਪੰਜਾਬ ਦਾ ਪੰਜਾਬੀ ਹੋਣ 'ਤੇ ਮਹਿਸੂਸ ਹੋਣਾ ਚਾਹੀਦਾ ਹੈ। ਹਰ ਦਫ਼ਤਰ ਵਿੱਚ ਇਸ ਨੂੰ ਕਦੇ ਨਾ ਇੱਜ਼ਤ ਮਿਲਦੀ ਹੈ, ਇਸ ਰਾਣੀ ਨੂੰ ਆਪਣੇ ਘਰ ਹੀ ਜਿੱਲਤ ਮਿਲਦੀ ਹੈ, ਕਜਦ ਕੁਰਸੀ ਦਾ ਗੁੰਜੇਗਾ ਫਰਮਾਨ ਪੰਜਾਬੀ ਦਾ, ਜਰਾ ਜਰਾ ਕਹਿ ਉੱਠੇ। ਇਹਨਾਂ ਸਤਰਾਂ ਵਿੱਚ ਪੰਜਾਬੀ ਕਵੀ ਕੀ ਕਹਿੰਦਾ ਹੈ, ਕਹਿੰਦਾ ਕਿਸੇ ਵੀ ਦਫ਼ਤਰ ਵਿੱਚ ਪੰਜਾਬੀ ਭਾਸ਼ਾ ਨੂੰ ਇੱਜ਼ਤ ਨਹੀਂ ਮਿਲਦੀ, ਕਿਉਂਕਿ ਆਪਾਂ ਦੇਖਦੇ ਹਾਂ ਨਾ ਕਿਸੇ ਵੀ ਦਫ਼ਤਰ ਦੇ ਵਿੱਚ ਕੰਮ ਕਿਸ ਭਾਸ਼ਾ ਵਿੱਚ ਹੁੰਦਾ ਹੈ, ਹਿੰਦੀ ਜਾਂ ਇੰਗਲਿਸ਼ ਦੇ ਵਿੱਚ, ਪੰਜਾਬੀ ਭਾਸ਼ਾ ਵਿੱਚ ਕੰਮ ਨਹੀਂ ਹੁੰਦਾ। ਇਸ ਲਈ ਕਿਸੇ ਵੀ ਦਫ਼ਤਰ ਵਿੱਚ ਪੰਜਾਬੀ ਭਾਸ਼ਾ ਨੂੰ ਇੱਜ਼ਤ ਨਹੀਂ ਮਿਲਦੀ। ਇਸ ਰਾਣੀ ਨੂੰ ਆਪਣੇ ਘਰ ਵਿੱਚ ਇੱਜ਼ਤ ਸਗੋਂ ਇਹ ਰਾਣੀ ਹੈ ਜਿਹੜੀ ਪੰਜਾਬੀ ਭਾਸ਼ਾ ਰਾਣੀ ਹੈ, ਇਸ ਨੂੰ ਤਾਂ ਆਪਣੇ ਘਰ ਵਿੱਚ ਵੀ ਅਪਮਾਨ ਸਹਿਣਾ ਪੈਂਦਾ ਹੈ। ਕਦ ਕੁਰਸੀ ਤੋਂ ਗੁੰਜੇਗਾ ਫਰਮਾਨ ਪੰਜਾਬੀ ਦਾ, ਕਵੀ ਕਹਿੰਦਾ ਮੈਂ ਇਸ ਚੀਜ਼ ਦੀ ਵੇਟ ਕਰ ਰਿਹਾ, ਇਸ ਚੀਜ਼ ਦੀ ਉਡੀਕ ਕਰ ਰਿਹਾ ਹਾਂ ਕਿ ਕਦੋਂ ਵੇਲਾ ਆਵੇਗਾ ਜਦੋਂ ਸਰਕਾਰੀ ਪੱਧਰ 'ਤੇ ਇਸ ਨੂੰ ਮਾਣ ਮਿਲੇਗਾ, ਜਦੋਂ ਇਸ ਨੂੰ ਗੌਰਮੈਂਟ ਨੈਸ਼ਨਲ ਪੱਧਰ 'ਤੇ ਗੌਰਮੈਂਟ ਪੱਧਰ 'ਤੇ ਇਸ ਨੂੰ ਮਾਣ ਮਿਲੇਗਾ। ਇਸ ਲਈ ਸਾਨੂੰ ਪੰਜਾਬੀ ਭਾਸ਼ਾ ਦਾ ਇੰਨਾ ਸਤਿਕਾਰ ਕਰਨਾ ਚਾਹੀਦਾ ਹੈ ਕਿ ਸਾਡਾ ਜਰਾ ਜਰਾ ਕਹਿ ਉੱਠੇ ਕਿ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ। ਬੇਗਾਨੀ ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਾਂ, ਹਿੰਦੀ ਮਾਸੀ ਨੂੰ ਚੁੱਕ ਚੁੱਕ ਸੀਸ ਨਵਾਉਂਦੇ ਹਾਂ, ਮਾਂ ਰੁਲਦੀ ਪੁੱਤ ਕਰ ਨਾ ਕੋਈ ਧਿਆਨ ਪੰਜਾਬੀ ਦਾ। ਬੇਟਾ ਇਸ ਪੈਰੇ 'ਚ ਕੀ ਹੈ, ਕਵੀ ਨੇ ਇੱਕ ਸਟੋਰੀ ਦੇ ਦੁਆਰਾ ਪੰਜਾਬੀ ਭਾਸ਼ਾ ਬਾਰੇ ਦੱਸਿਆ ਗਿਆ ਹੈ। ਕੀ ਕਹਿੰਦਾ ਹੈ, ਪੰਜਾਬੀਆਂ ਦੀ ਕੋਈ ਮਾਨਸਿਕਤਾ ਬਾਰੇ ਗੱਲ ਕਰਦਾ ਹੋਇਆ ਕੀ ਕਹਿੰਦਾ, ਕਹਿੰਦਾ ਜਿਹੜੀ ਬੇਗਾਨੀ ਭਾਸ਼ਾ ਹੈ ਅੰਗਰੇਜ਼ੀ, ਉਸ ਨੂੰ ਤਾਂ ਅਸੀਂ ਬੜੇ ਸ਼ਾਨ ਨਾਲ ਜੱਫੀਆਂ ਪਾਉਂਦੇ ਹਾਂ, ਬੜੇ ਸ਼ਾਨ ਨਾਲ ਬੋਲਦੇ ਹਾਂ। ਹਿੰਦੀ ਭਾਸ਼ਾ ਨੂੰ ਵੀ ਅਸੀਂ ਬਰਾਬਰ ਦਾ ਹੀ ਸਤਿਕਾਰ ਦੇ ਰਹੇ ਹਾਂ, ਪਰੰਤੂ ਜੋ ਸਾਡੀ ਮਾਂ ਬੋਲੀ ਹੈ ਪੰਜਾਬੀ, ਉਸਦਾ ਅਸੀਂ ਬਿਲਕੁਲ ਸਤਿਕਾਰ ਨਹੀਂ ਕਰਦੇ, ਉਸਦੀ ਅਸੀਂ ਬਹੁਤ ਜ਼ਿਆਦਾ ਬੇਕਦਰੀ ਕੀਤੀ ਹੋਈ ਹੈ। ਆਪਣੀ ਸਾਡੀ ਮਾਂ ਭਾਸ਼ਾ ਹੀ ਰੁਲ ਰਹੀ ਹੈ, ਉਸਦਾ ਪੁੱਤਰ ਉਸਦਾ ਕੋਈ ਧਿਆਨ ਨਹੀਂ ਦਿੰਦਾ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਪੰਜਾਬੀ ਹਾਂ। ਘਰ ਤਾਂ ਮਾਂ ਦੇ ਨਾਲ ਸੋਹਣਾ ਲੱਗਦਾ ਏ, ਮਾਸੀ ਵੀ ਜੇ ਨਾਲ ਹੋਵੇ ਹੋਰ ਵੀ ਫੜਦਾ ਏ, ਸ਼ਾਲਾ ਬਸਦਾ ਰਵੇ ਹਮੇਸ਼ ਜਹਾਨ ਪੰਜਾਬੀ ਦਾ, ਜਰਾ ਜਰਾ ਕਹਿ ਉੱਠੇ। ਇਹਨਾਂ ਲਾਈਨਾਂ ਵਿੱਚ, ਇਹਨਾਂ ਸਤਰਾਂ ਵਿੱਚ ਕਵੀ ਕੀ ਕਹਿੰਦਾ ਹੈ, ਜਿਵੇਂ ਆਪਣਾ ਘਰ ਮਾਂ ਨਾਲ ਹੀ ਚੰਗਾ ਲੱਗਦਾ ਹੈ, ਜਿਵੇਂ ਕਹਿੰਦਾ ਸਾਨੂੰ ਆਪਣਾ ਘਰ ਮਾਂ ਨਾਲ ਹੀ ਚੰਗਾ ਲੱਗਦਾ ਹੈ, ਉਸ ਤਰ੍ਹਾਂ ਹੀ ਕਹਿੰਦਾ ਜੇ ਮਾਸੀਆਂ ਵੀ ਆ ਜਾਣ ਤਾਂ ਹੋਰ ਵੀ ਚੰਗਾ ਲੱਗਦਾ ਹੈ। ਇਸ ਤਰ੍ਹਾਂ ਦੂਜੀ ਭਾਸ਼ਾ ਨੂੰ ਕਹਿੰਦਾ ਸਿੱਖਣਾ ਚੰਗੀ ਗੱਲ ਹੈ, ਪਰੰਤੂ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਹੀਂ ਭੁੱਲਣਾ ਚਾਹੀਦਾ, ਪਹਿਲਾਂ ਉਸ ਨੂੰ ਸਿੱਖਣਾ ਮੰਨਦਾ ਹੈ, ਤਾਂ ਹੀ ਅਸੀਂ ਸੂਝਵਾਨ ਅਖਵਾ ਸਕਦੇ ਹਾਂ। ਕਵੀ ਕੀ ਅਰਦਾਸ ਕਰਦਾ ਹੈ, ਕਹਿੰਦਾ ਰੱਬ ਕਰੇ ਸਾਡੀ ਮਾਂ ਬੋਲੀ ਹਮੇਸ਼ਾ ਸਾਡੇ ਘਰ ਵਿੱਚ ਵਸਦੀ ਰਹੇ, ਸਾਡੀ ਤਰੱਕੀ ਕਰਦੀ ਰਹੇ। ਸਾਨੂੰ ਆਪਣੇ ਪੰਜਾਬੀ ਹੋਣ ਦਾ ਸਤਿਕਾਰ ਕਰਨਾ ਚਾਹੀਦਾ ਹੈ, ਮਾਣ ਕਰਨਾ ਚਾਹੀਦਾ ਹੈ। ਕੁੱਲ ਦੁਨੀਆ ਵਿੱਚ ਬੋਲੀ ਇਸ ਦੀ ਖੁਸ਼ਬੂ ਫੈਲੀ ਹੈ, ਉਜਲੀ ਲਿਸ਼ਕੀ ਲਿੰਬੀ ਪੋਚੀ ਰਤਨ ਮੈਲੀ ਹੈ, ਪਦਮ ਰਸੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ, ਜਰਾ ਜਰਾ ਕਹਿ ਉੱਠੇ। ਇਹਨਾਂ ਸਤਰਾਂ ਵਿੱਚ ਕਵੀ ਕੀ ਕਹਿੰਦਾ ਹੈ, ਕਹਿੰਦਾ ਪੰਜਾਬੀ ਬੋਲੀ ਦੀ ਖੁਸ਼ਬੂ ਤਾਂ ਸਾਰੀ ਦੁਨੀਆ ਵਿੱਚ ਫੈਲੀ ਹੋਈ ਹੈ, ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ। ਕਹਿੰਦਾ ਪੰਜਾਬੀ ਬੋਲੀ ਦੀ ਜਿਹੜੀ ਖੁਸ਼ਬੂ ਹੈ, ਮਹਿਕ ਹੈ, ਉਹ ਸਾਰੀ ਦੁਨੀਆ ਵਿੱਚ ਫੈਲੀ ਹੋਈ ਹੈ। ਭਾਵ ਕੀ ਹੈ ਇਸ ਤੋਂ, ਕਹਿੰਦਾ ਪੰਜਾਬੀ ਭਾਸ਼ਾ ਤਾਂ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਹੈ। ਉਜਲੀ ਲਿਸ਼ਕੀ
ਲਿਥੀ ਪੋਚੀ ਰਤਾ ਨਾ ਮੈਲੀਏ। ਕਿਉਂ ਬੋਲੀ ਜਾਂਦੀ ਹੈ ਵਿਦੇਸ਼ਾਂ ਵਿੱਚ? ਕਿਉਂਕਿ ਬਿਲਕੁਲ ਸਪਸ਼ਟ ਹੈ, ਚਮਕਦਾਰ ਹੈ, ਬਿਲਕੁਲ ਨਿਵੇਕਲੀ ਹੈ, ਬਿਲਕੁਲ ਸਾਫ਼ ਅਤੇ ਸਪਸ਼ਟ ਹੁੰਦੀ ਹੈ। ਇਸ ਭਾਸ਼ਾ ਦੇ ਕਵੀ ਪਦਮ ਮਸਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ। ਕਹਿੰਦਾ ਡਾਕਟਰ ਸੁਰਜੀਤ ਪਾਤਰ ਨੂੰ ਪਦਮ ਸ਼੍ਰੀ ਇਨਾਮ ਵਜੋਂ ਨਿਵਾਜਿਆ ਗਿਆ ਸੀ। ਪੰਜਾਬੀ ਭਾਸ਼ਾ ਕਰਕੇ ਸੁਰਜੀਤ ਪਾਤਰ ਨੂੰ ਪਦਮ ਸ਼੍ਰੀ ਇਨਾਮ ਨਾਲ ਵੀ ਨਿਵਾਜਿਆ ਗਿਆ ਸੀ, ਉਸਨੂੰ ਪੁਰਸਕਾਰ ਦਿੱਤਾ ਗਿਆ ਸੀ। ਉਸਨੂੰ ਇੰਨਾ ਸਤਿਕਾਰ ਜਰਾ ਕਹਿ ਉੱਠੇ ਕਿ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ। ਹਰ ਇੱਕ ਸੁੱਖ ਪੰਜਾਬ ਦੀ ਧਰਤੀ ਤੋਂ ਜੋ ਪਾਉਂਦੇ ਨੇ, ਮਾਂ ਬੋਲੀ ਲਿਖਾਵਨ ਵੇਲੇ ਕਿਉਂ ਘਬਰਾਉਂਦੇ ਨੇ, ਸਭ ਤੋਂ ਵੱਡਾ ਕਰ ਰਹੇ ਨੁਕਸਾਨ ਪੰਜਾਬੀ ਦਾ ਜਰਾ ਕਹਿ ਉੱਠੇ। ਇਹਨਾਂ ਸਤਰਾਂ ਵਿੱਚ ਪੰਜਾਬੀ ਕੀ ਕਹਿੰਦਾ ਹੈ, ਕਵੀ ਕੀ ਕਹਿੰਦਾ? ਕਹਿੰਦਾ ਪੰਜਾਬ ਦੇ ਵਾਸੀ ਪੰਜਾਬ ਦੀ ਧਰਤੀ ਤੋਂ ਹਰ ਸੁੱਖ ਪ੍ਰਾਪਤ ਕਰਦੇ ਹਨ। ਹਰ ਇੱਕ ਸੁੱਖ ਪੰਜਾਬ ਦੀ ਧਰਤੀ 'ਤੇ ਜੋ ਪਾਉਂਦੇ, ਜਿਹੜੇ ਪੰਜਾਬ ਦੇ ਲੋਕ ਹਨ, ਉਹ ਪੰਜਾਬ ਦੀ ਧਰਤੀ ਤੋਂ ਹੀ ਹਰ ਇੱਕ ਸੁੱਖ ਮਾਣਦੇ ਹਨ। ਫਿਰ ਆਪਣੀ ਮਾਂ ਬੋਲੀ ਨੂੰ, ਪੰਜਾਬੀ ਨੂੰ ਲਿਖਵਾਉਣ ਤੋਂ ਪਤਾ ਨਹੀਂ ਕਿਉਂ ਘਬਰਾਉਂਦੇ ਹਨ। ਜੋ ਉਹਨਾਂ ਦੀ ਮਾਂ ਬੋਲੀ ਪੰਜਾਬੀ ਹੈ, ਉਹਨਾਂ ਨੂੰ ਲਿਖਣ ਤੋਂ ਕਿਉਂ ਘਬਰਾਉਂਦੇ ਹਨ? ਸਭ ਤੋਂ ਵੱਡਾ ਕਰ ਰਹੇ ਨੁਕਸਾਨ ਪੰਜਾਬੀ ਦਾ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਅੱਜ ਉਹ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਹਨ। ਇਸ ਲਈ ਸਾਨੂੰ ਪੰਜਾਬੀ ਭਾਸ਼ਾ ਦਾ ਮਾਣ ਸਤਿਕਾਰ ਕਰ ਦੇਣਾ ਚਾਹੀਦਾ ਹੈ, ਤਾਂ ਜੋ ਸਾਡਾ ਕਣ ਇਹ ਕਹਿ ਉੱਠੇ ਕਿ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ। ਉਂਝ ਤਾਂ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ, ਲੱਚਰ ਗੀਤਾ ਕੀਤੀ ਮੈਲੀ ਸ਼ਾਖ ਪੰਜਾਬੀ ਦੀ, ਸੋਹਣੇ ਗੀਤਾ ਸੰਗ ਕਰੀਏ ਸਨਮਾਨ ਪੰਜਾਬੀ ਦਾ ਜਰਾ ਕਹਿ ਉੱਠੇ। ਇਹਨਾਂ ਸਤਰਾਂ ਵਿੱਚ ਕਵੀ ਕੀ ਕਹਿੰਦਾ? ਕਹਿੰਦਾ ਬੇਸ਼ੱਕ ਸਾਰੀ ਦੁਨੀਆ ਵਿੱਚ ਪੰਜਾਬੀ ਭਾਸ਼ਾ ਦੀ ਬਹੁਤ ਪ੍ਰਸਿੱਧੀ ਹੋਈ ਹੈ, ਸਾਰੀ ਦੁਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਜ਼ਿਆਦਾ ਮਾਣ ਮਿਲਿਆ ਹੋਇਆ, ਪਰ ਕਹਿੰਦਾ ਇੱਥੇ ਹੀ ਲੱਚਰ ਗੀਤਾਂ, ਅਸ਼ਲੀਲ ਗੀਤਾਂ ਨੇ, ਗੰਦੇ ਗੀਤਾਂ ਨੇ ਇਸ ਦੀ ਬਦਨਾਮੀ ਵੀ ਕਰਵਾ ਰੱਖੀ ਹੈ। ਆਓ ਚੰਗੇ ਗੀਤਾਂ ਨਾਲ ਸਾਨੂੰ ਪੰਜਾਬੀ ਦਾ ਸਨਮਾਨ ਕਰਨਾ ਚਾਹੀਦਾ ਹੈ, ਤਾਂ ਜੋ ਸਾਡਾ ਜਰਾ ਕਣ ਵਿੱਚੋਂ ਆਵਾਜ਼ ਆਵੇ ਕਿ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ। ਮੈਨੂੰ ਇਸਨੇ ਕਵਿਤਾ ਲਿਖਣੀ ਜੋ ਸਿਖਲਾਈ ਸੀ, ਜੀਵਨ ਮੇਰੇ ਨੇ ਸੱਚਮੁੱਚ ਲਈ ਅੰਗੜਾਈ ਸੀ, ਹੋਂਦ ਰਫੀਕ ਦੀ ਮਾਨੋ ਵਰਦਾਨ ਪੰਜਾਬੀ ਦਾ ਜਰਾ ਕਹਿ ਉੱਠੇ। ਇਹਨਾਂ ਸਤਰਾਂ ਵਿੱਚ ਕਵੀ ਕੀ ਕਹਿ ਰਿਹਾ? ਕਹਿੰਦਾ ਜਦੋਂ ਮੈਂ ਪੰਜਾਬੀ ਭਾਸ਼ਾ ਵਿੱਚ ਕਵਿਤਾ ਲਿਖਣ ਦੀ ਜਾਂਚ ਸਿੱਖੀ ਸੀ, ਜਦੋਂ ਮੈਂ ਪੰਜਾਬੀ ਵਿੱਚ ਕਵਿਤਾ ਲਿਖਣਾ ਸਿੱਖਿਆ ਸੀ, ਤਾਂ ਮੈਨੂੰ ਇੱਕ ਅਜੀਬ ਜਿਹੀ ਸਕੂਨ ਭਰੀ ਤਬਦੀਲੀ ਆਈ ਸੀ। ਕਹਿੰਦਾ ਮੇਰੇ ਵਿੱਚ ਇੱਕ ਤਬਦੀਲੀ ਆਈ ਸੀ। ਅੱਜ ਮੇਰੀ ਹੋਂਦ ਹੈ ਜਿਹੜੀ, ਅੱਜ ਮੇਰਾ ਹੋਂਦ ਹੈ ਪੰਜਾਬੀ ਭਾਸ਼ਾ ਕਰਕੇ ਹੈ। ਇਸ ਲਈ ਮੈਨੂੰ ਪੰਜਾਬੀ ਭਾਸ਼ਾ ਦਾ ਸਾਨੂੰ ਇੰਨਾ ਸਤਿਕਾਰ ਕਰਨਾ ਚਾਹੀਦਾ ਹੈ ਕਿ ਹਰ ਕੋਈ ਕਹਿ ਸਕੇ ਸਾਨੂੰ ਪੰਜਾਬੀ ਭਾਸ਼ਾ 'ਤੇ ਬੇਹੱਦ ਮਾਣ ਹੈ। ਇਸ ਵਿੱਚ ਕੀ ਹੈ ਬੇਟਾ, ਕਵੀ ਨੇ ਪੰਜਾਬੀ ਭਾਸ਼ਾ ਦਾ ਮਾਣ ਕਰਨ ਲਈ ਸਾਨੂੰ ਕਿਹਾ ਹੈ, ਸਾਨੂੰ ਪੰਜਾਬੀ ਭਾਸ਼ਾ ਨੂੰ ਅਪਣਾਉਣ ਲਈ ਕਿਹਾ ਹੈ। ਸਾਨੂੰ ਹੋਰ ਭਾਸ਼ਾਵਾਂ ਦੇ ਨਾਲ ਪੰਜਾਬੀ ਭਾਸ਼ਾ ਦਾ ਮਾਣ ਸਤਿਕਾਰ ਵੀ ਕਰਨਾ ਚਾਹੀਦਾ ਹੈ।